मैं सुनील कुमार हिमाचली ते गल करांगे कुछ अहम खबर दी अज ते उहदी पड़ताल भी करांगे। खबर पड़ताल दे इस प्रोग्राम दे विच कुछ ਇਹੋ जी खबर दी असी गहनता नाल पड़ताल करांगे जो काफ़ी दिनों ते सुर्खियां दे विच है। 3 जून नूं ਉਹ हादसा होया। हादसा ਨੂੰ ਲੈ ਕੇ तरह तरह ਦੀ ਜਿਹੜੀ ਟੀਮ ਵੀ ਬਣਾਈ ਗਈ, ਉਹਦੀ ਜਾਂਚ ਲਈ 8-9 ਦਿਨ ਲੱਗ ਗਏ ਕਿ ਕਿੱਥੇ ਉਹ ਚੀਜ਼ ਉਹ ਮਿਸ ਹੋ ਗਈ। ਮੈਂ ਗੱਲ ਕਰ ਰਿਹਾ AN32 ਦੀ। 3 ਜੂਨ ਨੂੰ ਉਹ ਵਿਮਾਨ ਲਾਪਤਾ ਹੋ ਗਿਆ। ਉਹ ਵਿਮਾਨ ਕਿੱਥੇ ਕਿਵੇਂ ਤੇ ਕਦੋਂ ਉਹਦੇ ਜਿਹੜਾ ਮਲਬਾ ਸੀ ਕ੍ਰੈਸ਼ ਤੋਂ ਬਾਅਦ ਉਹ ਬਰਾਮਦ ਹੋਇਆ, ਇਸ ਸਾਰੀ ਖਬਰ ਦੀ ਗਹਿਨਤਾ ਨਾਲ ਪੜਤਾਲ ਕਰਾਂਗੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਰਿਟਾਇਰਡ ਕਰਨਲ ਦਰਸ਼ਨ ਸਿੰਘ ਢਿੱਲੋਂ ਸਾਹਿਬ। ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ। ਢਿੱਲੋਂ ਸਾਹਿਬ, ਇਹੋ ਜਿਹੇ ਹਾਦਸੇ ਤਾਜ਼ਾ ਨਹੀਂ ਹੈਗੇ ਕਿ ਮੈਂ ਗੱਲ ਕਰਾਂ ਕਿ ਹਾਂ ਬਈ ਇਹ ਪਹਿਲੀ ਫੇਰੀ ਹੋਇਆ, ਕਈ ਫੇਰੀ ਹੋ ਚੁੱਕੇ ਨੇ ਇਹੋ ਜਿਹੇ ਹਾਦਸੇ। ਉਹਨਾਂ ਦੀ ਵੀ ਮੈਂ ਗਹਿਨਤਾ ਨਾਲ ਗੱਲ ਕਰੂੰਗਾ, ਲੇਕਿਨ ਜਦੋਂ ਵੀ ਇਹੋ ਜਿਹੇ ਜਹਾਜ਼ ਕ੍ਰੈਸ਼ ਹੁੰਦੇ ਨੇ ਤੇ ਇਹਦੇ ਪਿੱਛੇ ਕਾਰਨ ਕੀ ਕੁਛ ਰਹਿੰਦੇ ਨੇ। ਤੇ ਹੁਣ ਜਿਹੜਾ AN32 ਹੈ ਜਿਹਦੇ ਵਿੱਚ 13 ਲੋਕ ਸਵਾਰ ਸੀ, ਜੋ ਖਬਰਾਂ ਦੇ ਮੁਤਾबिक ਜਾਂ ਇੰਡੀਅਨ 에ਅਰ ਫੋਰਸ ਨੇ ਟਵੀਟ ਕਰਕੇ ਜੋ ਜਾਣਕਾਰੀ ਦਿੱਤੀ ਹੈ, ਉਹ ਤਾਜ਼ਾ ਅਪਡੇਟ ਸਮੇਤ ਮੈਂ ਤੁਹਾਤੋਂ ਜਾਣਨਾ ਚਾਹੂੰਗਾ ਕੀ ਕੁਛ ਕਾਰਨ ਰਹੇ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸਾਡੀ ਸ਼ਰਧਾਂਜਲੀ ਉਹ 13 ਲੋਕਾਂ ਲਈ ਜਿਨ੍ਹਾਂ ਨੇ ਦੇਸ਼ ਦੇ ਰਕਸ਼ਾ ਲਈ ਡਿਊਟੀ ਦੇ ਦੌਰਾਨ ਆਪਣੀ ਜਾਨ ਗਵਾਈ। ਬੜੀ ਮੰਦਭਾਗੀ ਖਬਰ ਆਈ ਕਿ ਅੱਜ ਫਾਈਨਲੀ ਉਹਦਾ ਜਿਹੜਾ ਰੈਕੇਜ ਸਟਰੀਟ ਟ੍ਰੇਨ ਦਾ ਜਹਾਜ਼ ਦਾ ਰਿਕਵਰ ਹੋ ਗਿਆ ਔਰ ਇਹ ਕਨਫਰਮ ਕਰ ਦਿੱਤਾ ਗਿਆ ਕਿ ਉਹਨਾਂ ਵਿੱਚੋਂ ਕੋਈ ਵੀ ਨਹੀਂ ਬਚਿਆ। ਹੁਣ ਕ੍ਰੈਸ਼ ਜਿਹੜੇ ਨੇ 에ਅਰਫੋਰਸ ਦੇ ਕ੍ਰੈਸ਼ ਜਾਂ 에ਅਰਫੋਰਸ ਦੇ ਐਕਸੀਡੈਂਟ ਇਜ਼ ਅ ਪਾਰਟ ਆਫ ਲਾਈਫ। 에ਅਰਫੋਰਸ 'ਚ ਅਕਸਰ ਇਹ ਹੁੰਦੇ ਰਹਿੰਦੇ ਨੇ, ਜਾਨਾਂ ਜਾਂਦੀਆਂ ਨੇ, ਪਰ ਇਹ ਜਾਨਾਂ ਜਾਂਦੀਆਂ ਨੇ ਲੜਾਈ ਦੇ ਦੌਰਾਨ, ਆਪਰੇਸ਼ਨ ਦੇ ਦੌਰਾਨ। ਪਰ ਪੀਸ ਟਾਈਮ ਵਿੱਚ ਕਿਸੇ ਪਾਇਲਟ ਦੀ ਜਾਨ ਜਾਣਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੁੰਦੀ ਹੈ ਔਰ ਸਾਡੇ ਵਰਗੇ ਮੁਲਕ ਲਈ ਇਹ ਬੜੀ ਜਾਨੀ ਹੈ ਮੰਦਭਾਗੀ ਗੱਲ ਹੈ ਕਿ ਸਾਡੇ ਆਪਦੇ ਹੀ ਏਰੀਏ ਦੇ ਵਿੱਚ ਬਿਨਾਂ ਕਿਸੇ ਦੁਸ਼ਮਣ ਦੀ ਐਕਟੀਵਿਟੀ ਤੋਂ ਅਸੀਂ ਆਪਦਾ ਜਹਾਜ਼ ਇਸ ਤਰ੍ਹਾਂ ਦੀ ਚੀਜ਼ ਨਾਲ ਗਵਾ ਲਈਏ ਔਰ ਸਾਡੇ ਲੋਕ ਸ਼ਹੀਦ ਹੋਣ। ਜੇ ਅਸੀਂ ਕ੍ਰੈਸ਼ਾਂ ਨੂੰ ਦੇਖੀਏ ਤਾਂ ਅਸੀਂ ਮੋਟੇ 3 ਕਾਰਨ ਦੇਖ ਸਕਦੇ ਹਾਂ ਇਹਨਾਂ ਦੇ ਵੀ ਕਿਸ ਤਰ੍ਹਾਂ ਜਿਹੜੇ ਆਪਾਂ ਕ੍ਰੈਸ਼ਾਂ ਬਣ ਜਾਂਦੇ। ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਕਿ ਹਿਊਮਨ ਐਰਰ, ਕਿ ਪਾਇਲਟ ਤੋਂ ਕਿਤੇ ਗਲਤੀ ਹੋ ਗਈ। ਦੂਸਰਾ ਹੈ ਟੈਕਨੀਕਲ ਫਾਲਟ, ਵੀ ਜਹਾਜ਼ 'ਚ ਕੋਈ ਇੰਜਨ ਫੇਲੀਅਰ ਹੋ ਗਿਆ ਜਾਂ ਕੋਈ ਹੋਰ ਚੀਜ਼ ਫੇਲੀਅਰ ਹੋ ਗਈ, ਉਹਦੇ ਅੱਜ ਸਿਸਟਮ ਨੇ ਕੋਈ ਫੇਲੀਅਰ ਹੋ ਗਿਆ, ਹਾਈਡ੍ਰੋਲਿਕ ਫੇਲੀਅਰ ਹੋ ਗਿਆ ਲੈਂਡਿੰਗ ਦੇ ਦੌਰਾਨ, ਇਸ ਤਰ੍ਹਾਂ ਦੀ ਕੋਈ ਫੇਲੀਅਰ ਹੋ ਗਈ। ਤੀਸਰਾ ਕਾਰਨ ਹੈ ਜਿਹੜਾ ਕਲਾਈਮੇਟ ਹੈ, ਵੀ ਅਸੀਂ ਇਸ ਤਰ੍ਹਾਂ ਦੀ ਟਰੇਨ 'ਚ ਜਾਂ ਇਸ ਤਰ੍ਹਾਂ ਦੇ ਪਹਾੜਾਂ 'ਚ ਉੱਡ ਰਹੇ ਹਾਂ ਜਿੱਥੇ ਕੋਈ ਨਾ ਕੋਈ ਯਾਨੀ ਸਾਧਨ ਪੂਰੇ ਵਧੀਆ ਨਹੀਂ ਹੈ ਤੇ ਵੈਦਰ ਖਰਾਬ ਹੈ, ਤੇ ਉਸ ਵੈਦਰ ਦੇ ਇਫੈਕਟ ਕਰਕੇ ਕੋਈ ਹਿੱਲ ਉਹਨੂੰ ਦਿਖੀ ਨਹੀਂ ਜਾਂ ਰਸਤਾ ਪਤਾ ਨਹੀਂ ਲੱਗਿਆ, ਉਸ ਕਰਕੇ ਹੋਇਆ। ਹੁਣ ਸਾਡੇ ਕੋਲੇ ਜਿਹੜਾ ਬਾਰਡਰ ਹੈ ਉਹ ਐਕਸਟ੍ਰੀਮ ਕੰਡੀਸ਼ਨ ਨੇ, ਬੜੇ ਹਾਈ ਆਲਟੀਟਿਊਡ ਏਰੀਆ ਨੇ, 12,000 14,000 15,000 ਫੁੱਟ ਤੇ ਜਾ ਕੇ ਵੀ ਸਾਡੇ ਹਵਾਈ ਜਹਾਜ਼ ਲੈਂਡ ਕਰਦੇ ਨੇ। ਉੱਥੇ ਜਿਹੜੀਆਂ ਪੋਸਟਾਂ ਨੇ ਆਰਮੀ ਦੀਆਂ ਉਹ 에ਅਰ ਮੇਨਟੇਨ ਨੇ, ਜਿਸ ਤਰ੍ਹਾਂ ਸਾਈਚਨ ਹੈ, ਨਾਰਥ ਈਸਟ 'ਚ ਪੋਸਟਾਂ ਨੇ, ਬਿਲਕੁਲ 에ਅਰਮੇਟ ਨੇ। ਉੱਥੇ ਸਿਰਫ 에ਅਰ ਫੋਰਸ ਹੀ ਇੱਕ ਉਹਨਾਂ ਦੀ ਲਾਈਫ ਲਾਈਨ ਹੈ ਜਵਾਨਾਂ ਦੀ, ਜੋ ਉੱਥੇ ਡਿਊਟੀ ਦੇ ਰਹੇ ਨੇ। ਉਹਨਾਂ ਵਾਸਤੇ ਉਹਨਾਂ ਦੀਆਂ ਚਿੱਠੀਆਂ ਵੀ, ਉਹਨਾਂ ਦੇ ਸੰਦੇਸ਼ੇ ਵੀ, ਉਹਨਾਂ ਦਾ ਰਾਸ਼ਨ ਵੀ, ਉਹਨਾਂ ਦੀ ਕਮਿਊਨੀਕੇਸ਼ਨ ਵਰਡ ਦੇ ਨਾਲ ਸਿਰਫ 에ਅਰਫੋਰਸ ਹੈ। ਔਰ 에ਅਰਫੋਰਸ ਦੇ ਪਾਇਲਟ ਅਕਸਰ ਯਾਨੀ ਬੜਾ ਰਿਸਕ ਲੈਂਦੇ ਹੋਏ ਉੱਥੇ ਤੱਕ ਪਹੁੰਚਦੇ ਨੇ, ਕਿਉਂਕਿ ਉਹ ਨਹੀਂ ਚਾਹੁੰਦੇ ਵੀ ਸਾਡੇ ਬ੍ਰਦਰ ਇਨ ਆਰਮਸ ਜਿਹੜੇ ਨੇ ਉੱਥੇ ਉਡੀਕ ਕਰ ਰਹੇ ਨੇ ਵੀ ਆਪਦੀਆਂ ਰਾਸ਼ਨ ਪਾਣੀ ਦੀ, ਚਿੱਠੀਆਂ ਦੀ, ਅਤੇ ਅਸੀਂ ਕੋਈ ਵੈਦਰ ਦੀ ਕੰਡੀਸ਼ਨ ਜਾਂ ਹੋਰ ਕੰਡੀਸ਼ਨ ਕਰਕੇ ਅਸੀਂ ਉਡਣੋਂ ਨਾ ਕਰੀਏ। ਇਸ ਕਰਕੇ ਹਮੇਸ਼ਾ ਹੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਉਹ ਪੋਸਟਾਂ ਨੂੰ ਪੂਰੀਆਂ ਸਹੂਲਤਾਂ ਮੁਹੱਈਆ 에ਅਰਫੋਰਸ ਕਰਾਉਂਦੀ ਰਹੇ। ਅੱਛਾ ਕਰਨਲ ਸਾਹਿਬ, ਜਿਹੜਾ ਜਹਾਜ਼ ਦੀ ਅਸੀਂ ਗੱਲ ਕਰ ਰਹੇ ਹਾਂ AN32, ਇਹ ਭਾਰਤੀ ਵਾਯੂ ਸੈਨਾ ਦੇ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਤੇ ਇਹਦੀ ਕੀ ਕੁਛ ਜਿਹੜੀ ਖਾਸੀਅਤ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਤੇ ਹੁਣ ਜਿਹੜਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਹ ਜਹਾਜ਼ ਬਰਾਮਦ ਹੋਇਆ, ਜਿਹਦਾ ਮਲਬਾ ਬਰਾਮਦ ਹੋਇਆ 12,000 ਫੁੱਟ ਦੀ ਗਹਿਰਾਈ 'ਚ, ਤੇ ਇਹਨੂੰ ਲੱਭਣ 'ਚ ਵੀ ਇੰਨਾ ਟਾਈਮ ਕਿਉਂ ਲੱਗ ਗਿਆ? ਦੇਖੋ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ AN32 ਕੀ ਚੀਜ਼ ਹੈ। AN ਦਾ ਮਤਲਬ ਹੈ ਐਂਟੋਨੋਵ। ਐਂਟੋਨੋਵ ਇੱਕ ਸੀਰੀਜ਼ ਹੈ, ਜਿਸ ਤਰ੍ਹਾਂ ਮਿਗ ਸੀਰੀਜ਼ ਹੈ ਔਰ ਇਲੂਸ਼ਨ ਸੀਰੀਜ਼ ਆ, IL ਨੇ। ਇਸ ਤਰ੍ਹਾਂ ਇੱਕ ਲੈਬਸ ਨੇ ਜਿਹੜੀਆਂ ਉੱਥੇ ਉਹਨਾਂ ਨੂੰ ਡਿਵੈਲਪ ਕਰਦੀਆਂ ਨੇ। ਰਸ਼ੀਆ 'ਚ ਸੀ, ਉੱਥੋਂ 에ਅਰਕ੍ਰਾਫਟ ਡਿਵੈਲਪ ਹੋਏ ਅਤੇ ਉਸ ਕਰਕੇ ਉਹਨਾਂ ਦਾ ਨਾਮ AN12 AN32 AN26 ਜਿਹੜਾ ਉਹ ਉੱਥੋਂ ਡਿਵੈਲਪ ਹੁੰਦਾ ਸੀ, ਉਹਦਾ ਵਰਸ਼ਨ ਦਾ ਨਾਂ ਉਸ ਸੀਰੀਜ਼ ਦੇ ਰੱਖਿਆ ਜਾਂਦਾ ਸੀ। AK-47 ਵੀ ਹੈ, ਇਸ ਤਰ੍ਹਾਂ ਦੇ ਉਹ ਨਾਂ ਰੱਖੇ ਜਾਂਦੇ ਸੀ। ਸਾਡੇ ਕੋਲੇ ਜਹਾਜ਼ ਹੁੰਦੇ ਸੀ AN12, ਉਹ 4 ਇੰਜਨ ਵਾਲਾ ਜਹਾਜ਼ ਸੀ ਔਰ ਕਾफ़ी देर 60s ਤੋਂ ਉਹਨੇ ਕੰਮ ਕੀਤਾ। ਲੇਹ ਵਗੈਰਾ ਨੂੰ ਉਹੀ 에ਅਰ ਮੇਨਟੇਨ ਰੱਖਦਾ ਸੀ। ਉਸ ਤੋਂ ਬਾਅਦ
84 ਦੇ ਕਰੀਬ ਸਾਨੂੰ ਇੱਕ ਛੋਟੇ ਜਹਾਜ਼ ਦੀ ਲੋੜ ਪਈ, ਜਿਹੜੀ ਐਡਵਾਂਸ ਲੈਂਡਿੰਗ ਗਰਾਊਂਡ, ਕਿਉਂਕਿ ਜਿੱਥੇ ਰਨਵੇ ਨਹੀਂ ਹੈ, ਕੱਚਾ ਰਨਵੇ ਹੈ ਔਰ ਬਹੁਤ ਸ਼ਾਰਟ ਜਗ੍ਹਾ ਹੈ ਵੈਲੀ 'ਚ, ਜਿੱਥੇ ਲੈਂਡ ਕਰੇ ਔਰ ਛੇਤੀ ਟੇਕ ਆਫ ਕਰ ਜਾਏ, ਬਹੁਤ ਛੋਟੀ ਜਗ੍ਹਾ, ਇਸ ਲਈ ਇੱਕ ਜਹਾਜ਼ ਚਾਹੀਦਾ ਸੀ। ਜਦੋਂ ਸਾਡੀ ਉਸ ਜਹਾਜ਼ ਦੀ ਤਲਾਸ਼ ਸ਼ੁਰੂ ਹੋਈ ਤੇ ਰਸ਼ੀਆ ਕੋਲ ਇੱਕ ਜਹਾਜ਼ ਸੀ AN-26, ਪਰ ਉਹ ਇੰਨੇ ਆਲਟੀਟਿਊਡ ਤੇ ਜਾ ਨਹੀਂ ਸਕਦਾ ਸੀ, ਉਹ ਕਿਉਂਕਿ ਸਾਡੀਆਂ ਜਿਹੜੀਆਂ ਰੇਂਜਸ ਨੇ ਉਹ ਬਹੁਤ ਜ਼ਿਆਦਾ ਉੱਚੀਆਂ ਨੇ, ਪੀਰ ਪੰਜਾਲ ਰੇਂਜਸ ਨੂੰ ਕ੍ਰਾਸ ਕਰਨਾ ਹੈ ਨਾ ਲੋਡ ਲੈ ਕੇ, ਉਹ ਜਾ ਨਹੀਂ ਸਕਦਾ। ਤੇ ਰਸ਼ੀਆ ਨੇ ਇੱਕ ਸਪੈਸ਼ਲ 에ਅਰਕ੍ਰਾਫਟ AN-32 ਡਿਵੈਲਪ ਕੀਤਾ, ਔਰ ਜਿਹਦੇ ਵਿੱਚ ਉਹੀ AN-12 ਦੇ ਇੰਜਨ, ਜੇ ਤੁਸੀਂ AN-32 ਨੂੰ ਦੇਖੋ, ਇਹਦੇ ਇੰਜਨ ਬਹੁਤ ਉੱਪਰ, ਫੰਗਾਂ ਤੋਂ ਉੱਪਰ ਲੱਗੇ ਹੋਏ ਨੇ ਔਰ ਵੀਲ ਵੀ ਬਹੁਤ ਨੀਚੇ ਨੇ। ਇਹ ਯਾਨੀ ਡਿਸਟੈਂਸ ਉਹਦਾ ਬਹੁਤ ਜ਼ਿਆਦਾ ਹੈ ਕਿ ਉਹ ਵੀਲ ਇੰਜਨ ਦੇ ਉੱਪਰ ਕੀਤੇ ਗਏ ਤਾਂ ਕਿ ਵੱਡੇ ਉਹਦੇ ਰੋਟਰ ਲੱਗ ਸਕਣ ਔਰ ਜ਼ਿਆਦਾ ਪਾਵਰ ਮਿਲ ਸਕੇ। ਉਹਨਾਂ ਨੇ AN-32 ਇੱਕ ਜਹਾਜ਼ ਬਣਾਇਆ ਜੋ ਸਪੈਸ਼ਲੀ ਇੰਡੀਆ ਲਈ ਬਣਾਇਆ ਸੀ। ਤਕਰੀਬਨ 200 ਦੇ ਕਰੀਬ ਟੋਟਲ ਮੈਨੂਫੈਕਚਰ ਹੋਏ, ਕਿਉਂਕਿ ਬਾਕੀ ਕਿਸੇ ਕੰਟਰੀ ਦੀ ਰਿਕੁਆਇਰਮੈਂਟ ਨਹੀਂ ਸੀ, ਔਰ 128 ਜਾਂ 30 ਦੇ ਕਰੀਬ ਇੰਡੀਆ ਨੇ ਉਹ ਜਹਾਜ਼ ਲਏ। ਸਾਡੇ ਕੋਲੇ ਇਹ ਜਹਾਜ਼ ਆਏ 86 ਵਿੱਚ। ਬੜੀ ਮੰਦਭਾਗੀ ਘਟਨਾ ਸੀ ਕਿ 86 ਵਿੱਚ ਜਦੋਂ 3 ਜਹਾਜ਼ ਆ ਰਹੇ ਸੀ, ਇੱਕ ਸੈਂਟਰ ਵਾਲਾ ਜਹਾਜ਼ ਜਿਹੜਾ ਅਰਬੀਅਨ ਸੀ ਤੇ ਗਾਇਬ ਹੋ ਗਿਆ, ਉਹਦਾ ਕੋਈ ਟਰੇਸ ਮਿਲਿਆ ਹੀ ਨਹੀਂ, ਉਦੋਂ ਤੋਂ ਕ੍ਰੈਸ਼ ਹੋ ਗਿਆ। ਉਸ ਤੋਂ ਬਾਅਦ ਵੀ ਕੁਝ ਜਹਾਜ਼ ਕ੍ਰੈਸ਼ ਹੋਏ। ਸਭ ਤੋਂ ਜੋ ਵੱਡਾ ਹੁਣੀ ਰੀਸੈਂਟਲੀ ਹੋਇਆ 2016 'ਚ, ਇੱਕ ਜਹਾਜ਼ ਜੋ ਜਾ ਰਿਹਾ ਸੀ ਅੰਡੇਮਾਨ ਨਿਕੋਬਾਰ, ਉਹ 23 ਬੰਦੇ ਉਹਦੇ ਵਿੱਚ ਸੀ ਤੇ ਉਹਦਾ ਕੋਈ ਸੁਰਾਗ ਨਹੀਂ ਨਿਕਲਿਆ, ਤੇ ਉਹ ਦੁਬਾਰਾ 1000 ਘੰਟੇ ਦੀ ਸੌਰਟੀਜ਼ ਫਲਾਈ ਕੀਤੀਆਂ ਉਸ ਨੂੰ ਲੱਭਣ ਵਾਸਤੇ, ਪਰ ਫਿਰ ਵੀ ਉਸ ਜਹਾਜ਼ ਦਾ ਕੋਈ ਸੁਰਾਗ ਨਾ ਲੱਭਿਆ। ਇੱਥੇ ਇਹ ਵੀ ਗੱਲ ਵਰਣਨਯੋਗ ਹੈ ਵੀ 2009 ਵਿੱਚ ਇਸੇ ਜਗ੍ਹਾ ਮਨਚੁਕਾ ਜਿੱਥੇ ਹੈ ਹੁਣ ਇਹ ਪਲੇਨ ਕ੍ਰੈਸ਼ ਹੈ, ਇਸੇ ਜਗ੍ਹਾ ਤੇ ਇੱਕ AN-32 ਕ੍ਰੈਸ਼ ਹੋਇਆ। ਉਸ ਤੋਂ ਬਾਅਦ ਇਹ ਡਿਸਾਈਡ ਕੀਤਾ ਗਿਆ ਵੀ ਇਹ ਜਹਾਜ਼ ਬਹੁਤ ਪੁਰਾਣਾ ਹੋ ਚੁੱਕਿਆ ਹੈ, ਤੇ ਤਕਰੀਬਨ 30 ਸਾਲ ਪੁਰਾਣਾ ਉਸ ਵੇਲੇ ਹੋ ਚੁੱਕਿਆ ਸੀ, ਵੀ ਹੁਣ ਤੇ 40 ਹੋ ਗਿਆ, ਵੀ ਇਹਨੂੰ ਅਪਗ੍ਰੇਡ ਕੀਤਾ ਜਾਵੇ। ਹੁਣ ਉਧਰੋਂ ਪ੍ਰੋਬਲਮ ਇਹ ਸੀ ਵੀ ਰਸ਼ੀਆ ਟੁੱਟ ਗਿਆ, ਜਿੱਥੇ ਇਹ ਜਹਾਜ਼ ਬਣਦਾ ਸੀ ਯੂਕਰੇਨ, ਉਹ ਇੱਕ ਅਲੱਗ ਕੰਟਰੀ ਬਣ ਗਿਆ, ਜਿੱਥੇ ਇੰਜਨ ਬਣਦੇ ਸੀ ਉਹ ਅਲੱਗ ਕੰਟਰੀ ਹੋ ਗਿਆ, ਤੇ ਉਹਨਾਂ ਦੀ ਆਪਸ 'ਚ ਵੀ ਕੋਈ ਕੋਆਰਡੀਨੇਸ਼ਨ ਨਹੀਂ ਸੀ, ਤੇ ਫੈਕਟਰੀਜ਼ ਅਲੱਗ-ਅਲੱਗ ਹੋ ਗਈਆਂ। ਉੱਥੇ ਕੁਝ ਜਹਾਜ਼ ਭੇਜੇ ਗਏ 2009 'ਚ 2010 'ਚ ਅਪਗ੍ਰੇਡ ਕਰਨ ਲਈ, ਪਰ ਉੱਥੇ ਹੈਰਾਨੀ ਦੀ ਗੱਲ ਹੋਈ ਕਿ ਅਪਗ੍ਰੇਡ ਕੁਝ ਨਹੀਂ ਹੋਇਆ, ਤੇ 5 ਜਹਾਜ਼ ਉੱਥੋਂ ਮਿਸਿੰਗ ਪਾਏ ਗਏ। ਜਦੋਂ ਭਾਰਤੀ 에ਅਰਫੋਰਸ ਨੇ ਇਹ ਜ਼ੋਰ ਪਾਇਆ ਵੀ ਨਹੀਂ ਉਹ ਜਹਾਜ਼ ਵਾਪਸ ਕਰੋ, ਤੇ ਉਹ ਕਿਤੇ ਸਿਵਲ ਐਵੀਏਸ਼ਨ 'ਚ ਜਹਾਜ਼ ਕਿਤੇ ਉਹ ਵਰਤ ਰਹੇ ਸੀ, ਕਿਉਂਕਿ ਤਾਲਮੇਲ ਦੀ ਕਮੀ ਸੀ। ਫਿਰ ਡਿਸਾਈਡ ਕੀਤਾ ਗਿਆ ਕਿ ਅਸੀਂ IF ਦਾ ਜੋ 에ਅਰਫੋਰਸ ਦਾ ਬੇਸ ਹੈ ਕਾਨਪੁਰ, ਅਸੀਂ ਇੱਥੇ ਅਪਗ੍ਰੇਡ ਕਰਾਂਗੇ ਤੇ ਯੂਕਰੇਨੀਅਨ ਸਾਡੀ ਇੱਥੇ ਮਦਦ ਕਰਨਗੇ। ਤੇ ਇੱਕ ਉਹਨਾਂ ਨਾਲ ਕੰਟਰੈਕਟ ਸਾਈਨ ਕੀਤਾ ਗਿਆ, ਤੇ ਉਹ ਉਹਨਾਂ ਨੇ ਇੱਥੇ ਆ ਕੇ ਅਪਗ੍ਰੇਡੇਸ਼ਨ ਸ਼ੁਰੂ ਕੀਤੀ। ਪਰ ਉਹ 1-2 ਸਾਲ ਹੀ ਅਪਗ੍ਰੇਡੇਸ਼ਨ 'ਚ ਕੁਛ ਹੀ ਜਹਾਜ਼ ਅਪਗ੍ਰੇਡ ਹੋਏ, ਤੇ ਉਹ ਯੂਕਰੇਨੀਅਨ ਸਾਰੀ ਟੀਮ ਵਾਪਸ ਚਲੀ ਗਈ, ਕਿਉਂਕਿ ਉਹਨਾਂ ਦੀ ਆਪਸ 'ਚ ਜੋ ਹੁਣ ਰਜਾਮੰਦੀ ਰਸ਼ੀਆ ਨਾਲ ਸਪੇਅਰ ਪਾਰਟ ਦੀ ਵੱਡੀ ਪ੍ਰੋਬਲਮ ਸੀ, ਕਿਉਂਕਿ ਬਹੁਤ ਸਾਰੀ ਜਗ੍ਹਾ 'ਤੇ ਜਿੱਥੇ ਸਪੇਅਰ ਬਣਦੇ ਸੀ ਉਹ ਦੂਸਰੇ ਕੰਟਰੀਆਂ ਚਲੇ ਗਏ ਔਰ ਉਹ ਸਪੇਅਰ ਨਹੀਂ ਮਿਲ ਰਹੇ ਸੀ। ਉਸ ਤੋਂ ਬਾਅਦ ਕੋਸ਼ਿਸ਼ਾਂ ਜਾਰੀ ਰਹੀਆਂ, ਪਰ ਅਸੀਂ ਇਹਨਾਂ ਜਹਾਜ਼ਾਂ ਨੂੰ ਅਪਗ੍ਰੇਡ ਨਹੀਂ ਕਰ ਸਕੇ, ਔਰ ਅੱਜ ਇਹਨਾਂ ਦੇ ਜਿਹੜੇ ਸਿਸਟਮ ਨੇ, ਜਿਸ ਤਰ੍ਹਾਂ ਗਰਾਊਂਡ ਪ੍ਰੋਕਸੀਮਿਟੀ ਸਟਰਾਇਡ ਹੈ, 에ਅਰ ਕੋਲੀਜ਼ਨ ਅਵੋਇਡੈਂਸ ਡਿਵਾਈਸਿਸ ਨੇ, ਉਹ ਬਿਲਕੁਲ ਹੀ ਆਊਟਡੇਟਡ ਨੇ। ਸਪੇਅਰ ਸਾਡੇ ਕੋਲੇ ਹੈ ਨਹੀਂ, ਔਰ ਸਾਡੇ ਕੋਲੇ ਰਿਪਲੇਸਮੈਂਟ ਕੋਈ ਜਹਾਜ਼ ਹੈ ਹੀ ਨਹੀਂ। ਇਸ ਕਰਕੇ ਮੋਸਟਲੀ 30-40 ਜਹਾਜ਼ ਤੇ ਸ਼ਾਇਦ ਖੜੇ ਹੀ ਹੋਣ, ਜਿਨ੍ਹਾਂ 'ਚ ਸਪੇਅਰ ਪਾਰਟ ਕਰਕੇ ਦੂਜਿਆਂ 'ਚ ਕੈਨਬਲਾਈਜੇਸ਼ਨ ਕਰਕੇ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ 에ਅਰਫੋਰਸ ਸਾਡੇ ਚਾਲੂ ਰੱਖ ਰਹੀ ਹੈ, ਇਹ ਜਗ ਜ਼ਾਹਿਰ ਹੈ, ਕਿਉਂਕਿ ਉਹਨਾਂ ਦੀ ਕੋਈ ਰਿਪਲੇਸਮੈਂਟ ਨਹੀਂ ਹੈ, ਕੋਈ ਅਪਗ੍ਰੇਡੇਸ਼ਨ ਨਹੀਂ ਹੈ। ਸੇਮ ਚੀਜ਼ ਅਪਗ੍ਰੇਡੇਸ਼ਨ ਦੀ ਵੱਡੀ ਪ੍ਰੋਬਲਮ ਜਿਹੜੀ ਹੋਈ ਹੈ, ਉਹ ਹੁਣ ਜੈਗੁਆਰ ਦਾ ਕ੍ਰੈਸ਼ ਇਸੇ ਸਾਲ ਜਨਵਰੀ 'ਚ ਹੋਇਆ ਸੀ, ਜਦੋਂ ਉਹ ਯਾਨੀ ਅਪਗ੍ਰੇਡਡ ਤੋਂ ਬਾਅਦ ਜਹਾਜ਼, ਜਿੱਥੇ ਅਪਗ੍ਰੇਡੇਸ਼ਨ 2-2.5 ਸਾਲ ਪਿੱਛੇ ਚੱਲ ਰਹੀ ਹੈ ਉੱਥੇ, ਉਹ ਅਪਗ੍ਰੇਡੇਸ਼ਨ ਤੋਂ ਬਾਅਦ ਜਹਾਜ਼ ਟੇਕ ਆਫ ਹੀ ਨਹੀਂ ਕੀਤਾ, ਤੇ 2 ਬੈਸਟ ਆਫ ਦਾ ਪਾਇਲਟ ਸੀ, ਜਿਹੜੇ ਟੈਸਟ ਪਾਇਲਟ ਸੀ, ਉਹ ਉਹਨਾਂ ਦੀ ਜਾਨ ਚਲੀ ਗਈ ਉਸ ਹਾਦਸੇ 'ਚ। ਤੇ ਸਾਡੀ ਜਿਹੜੀ ਅਪਗ੍ਰੇਡੇਸ਼ਨ ਹੈ ਉਹਦੀ ਰਫ਼ਤਾਰ ਬਹੁਤ ਸੁਸਤ ਹੈ, ਰਿਪਲੇਸਮੈਂਟ ਸਾਡੇ ਕੋਲੇ ਹੈ ਨਹੀਂ। ਵਰਲਡ ਵਾਰ 2 ਤੋਂ ਬਾਅਦ ਕੀ ਸੀ ਵੀ ਜੋ ਬੈਸਟ ਟੈਕਨੋਲੋਜੀ ਆਉਂਦੀ ਸੀ ਉਹ 에ਅਰਫੋਰਸ ਕੋਲੇ ਹੁੰਦੀ ਸੀ, ਪਰ ਅੱਜ ਹਾਲਾਤ ਇਹ ਹੋ ਗਏ ਕਿ 에ਅਰਫੋਰਸ ਕੋਲੇ ਆਊਟਡੇਟਡ ਟੈਕਨੋਲੋਜੀ ਨੇ। ਸਿਵਲ ਐਵੀਏਸ਼ਨ 'ਚ ਕਿਉਂਕਿ ਹਰੇਕ ਕ੍ਰੈਸ਼ ਇਨਵੈਸਟੀਗੇਟ ਹੁੰਦਾ ਹੈ, ਰੂਲਸ ਸਟ੍ਰਿਕਟ ਨੇ, ਕੋਈ ਚਾਂਸ ਨਹੀਂ ਲੈਂਦਾ, ਕਿਉਂਕਿ ਹਿਊਮਨ ਰਾਈਟਸ ਦਾ ਮਸਲਾ ਆ ਜਾਂਦਾ ਹੈ। ਤੇ ਅੱਜ ਬੈਸਟ ਆਫ ਦਾ ਜਿਹੜਾ ਇਕੁਪਮੈਂਟ ਹੈ ਉਹ ਸਿਵਲ ਐਵੀਏਸ਼ਨ ਕੋਲੇ ਹੈ, 에ਅਰਫੋਰਸ ਕੋਲੇ ਆਊਟਡੇਟਡ ਟੈਕਨੋਲੋਜੀ ਹੈ, ਔਰ ਉਸ ਦਾ ਖਾਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ। ਅਫਸੋਸ ਦੀ ਗੱਲ ਹੈ ਵੀ ਅਸੀਂ ਕ੍ਰੈਸ਼ ਤੋਂ ਬਾਅਦ ਤਾਂ ਹਜ਼ਾਰਾਂ ਘੰਟਿਆਂ ਦੀ ਫਲਾਈਂਗ, ਇੱਥੇ ਵੀ ਅਸੀਂ 8 ਦਿਨ ਦੇ ਤਕਰੀਬਨ 200-300 ਘੰਟਿਆਂ ਦੀਆਂ ਸੌਰਟੀਜ਼ ਲਈਆਂ, 에ਅਰ ਡ੍ਰੌਪ ਕੀਤੇ ਨੇ ਬੰਦੇ, ਉਸ 'ਤੇ ਤਾਂ ਅਸੀਂ ਖਰਚਾ ਕਰਦੇ ਹਾਂ,
ਪਰ ਅਪਗ੍ਰੇਡ ਕਰਨ ਤੇ ਖਰਚਾ ਨਹੀਂ ਕਰਦੇ। ਜੀ ਇੱਕ ਪੋਲੀਟੀਕਲ ਮੁੱਦਾ ਬਣ ਜਾਂਦਾ ਹੈ ਜਦੋਂ ਕੋਈ ਡਿਫੈਂਸ ਦੀ ਪ੍ਰੋਕਿਉਰਮੈਂਟ ਹੁੰਦੀ ਹੈ, ਔਰ ਅਨਫੋਰਚੂਨੇਟਲੀ ਇਹ ਕਹਿਣਾ ਪਏਗਾ ਵੀ ਲੀਡਰ ਤਾਂ ਇਸ ਤੇ ਬਿਆਨਬਾਜ਼ੀ ਕਰਕੇ ਜਿੱਤ ਜਾਂਦੇ ਨੇ, ਪ੍ਰਧਾਨ ਮੰਤਰੀ ਤੱਕ ਬਣ ਜਾਂਦੇ ਨੇ, ਔਰ ਪਰ ਡਿਫੈਂਸ ਫੋਰਸਿਸ ਇਸ ਤੇ ਹਾਰ ਜਾਂਦੀਆਂ ਨੇ, ਕੋਈ ਵੀ ਚੀਜ਼ ਨਵੀਂ ਆਉਂਦੀ ਨਹੀਂ। ਕਰਨਲ ਸਾਹਿਬ ਇੱਕ ਬੜਾ ਅਹਿਮ ਸਵਾਲ ਆ, ਜਲ ਸੈਨਾ, ਥਲ ਸੈਨਾ ਤੇ ਵਾਯੂ ਸੈਨਾ ਤਿੰਨੋਂ ਸੈਨਾ ਦੇ ਪ੍ਰਮੁੱਖ ਜਿਹੜੇ ਨੇ ਰਾਸ਼ਟਰਪਤੀ ਨੇ, ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਪ੍ਰੋਪਰ ਜਿਹੜਾ ਧਿਆਨ ਨਹੀਂ ਦਿੱਤਾ ਜਾਂਦਾ ਕਿ ਕਦੋਂ ਕਿਹੜੇ ਜਹਾਜ਼ ਨੂੰ ਜਾਂ ਕਿਹੜੀ ਜਿਹੜੀ ਮਸ਼ੀਨਰੀ ਆ ਉਹਦਾ ਪੂਰਾ ਰੱਖ ਰਖਾਵ ਸਹੀ ਤਰੀਕੇ ਨਾਲ ਕਰਨਾ, ਕਦੋਂ ਅਪਡੇਸ਼ਨ ਉਹਦੇ 'ਚ ਕਰਨੀ ਆ, ਕੀ ਕੁਝ ਖਰਾਬੀ ਆ ਤਕਨੀਕੀ ਤੌਰ ਤੇ ਇਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਇਹ ਕਿਹਦੀਆਂ ਬਣਦੀਆਂ ਨੇ, ਕਿਹਨੂੰ ਇਹਦੇ ਤੇ ਧਿਆਨ ਜਿਹੜਾ ਚਾਹੀਦਾ ਪ੍ਰੋਪਰ ਤੌਰ ਤੇ, ਤਾਂ ਕਿ ਇਹੋ ਜਿਹੇ ਕ੍ਰੈਸ਼ ਨਾ ਹੋਣ, ਜਾਂ ਜਿਵੇਂ ਕਿ ਮੈਂ ਤੁਹਾਤੋਂ ਪੁੱਛਿਆ ਵੀ ਸੀ ਉਹ ਵੀ ਚੀਜ਼ ਰਹਿ ਗਈ ਕਿ ਮਿਸਿੰਗ ਜਿਹੜੀ ਚੀਜ਼ਾਂ ਹੋ ਰਹੀਆਂ ਨੇ, ਜਹਾਜ਼ ਮਿਸਿੰਗ ਹੋ ਰਹੇ ਨੇ, ਲੇਕਿਨ 8-8 ਦਿਨ ਤੱਕ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਪਏ ਨੇ, ਤੇ ਉਹਦੇ ਵਿੱਚ ਸਵਾਰ ਜਿਹੜੇ ਨੇ ਉਹਨਾਂ ਦੇ ਹਾਲਾਤ ਕੀ ਨੇ, ਤੇ ਇਹ ਕਿਹਦੀ ਜ਼ਿੰਮੇਵਾਰੀ ਬਣਦੀ ਹੈ? ਦੇਖੋ ਜੀ, ਤੁਸੀਂ ਇੱਕ ਵਾਜਬ ਮੁੱਦਾ ਉਠਾਇਆ ਹੈ ਜੀ। ਸੁਪਰੀਮ ਕਮਾਂਡਰ ਪ੍ਰੈਜ਼ੀਡੈਂਟ ਹੁੰਦੇ ਨੇ ਇਸ ਕੰਟਰੀ 'ਚ, ਪਰ ਪ੍ਰੈਕਟੀਕਲੀ ਕੀ ਹੈ ਕਿ ਸੁਪਰੀਮ ਕਮਾਂਡਰ ਨਾਲ ਕੋਈ ਇੰਟਰੈਕਸ਼ਨ ਡਿਫੈਂਸ ਫੋਰਸ ਦਾ ਹੁੰਦਾ ਹੀ ਨਹੀਂ ਹੈ। ਹੁਣ ਤੁਸੀਂ ਆ ਸਾਰੇ ਹਾਦਸੇ ਦੇਖ ਲਓ, ਕਿਤੇ ਵੀ ਸੁਪਰੀਮ ਕਮਾਂਡਰ ਨੇ ਨਾ ਕੋਈ ਬਿਆਨ ਦਿੱਤਾ ਹੈ ਤੇ ਨਾ ਹੀ ਕੋਈ ਟਵੀਟ ਕੀਤਾ ਹੈ, ਤੇ ਨਾ ਹੀ ਕਦੇ ਕੋਈ ਸੁਪਰੀਮ ਕਮਾਂਡਰ ਨੂੰ ਤੁਸੀਂ ਜਾ ਕੇ ਦੇਖਦੇ ਹੋ ਵੀ ਉਹ ਪਾਇਲਟ ਦੇ ਘਰ ਗਏ ਜਾਂ ਉਹਨਾਂ ਨੂੰ ਕੀਤਾ। ਹਾਂ, ਇਲੈਕਸ਼ਨਾਂ ਦੇ ਦਿਨਾਂ ਵਿੱਚ ਪੋਲੀਟੀਕਲ ਪਾਰਟੀਆਂ ਜ਼ਰੂਰ ਇਸ ਚੀਜ਼ ਨੂੰ ਬੜਾ ਹੱਲਾ ਗੁੱਲਾ ਕੀਤਾ ਜਾਂਦਾ ਵੀ ਸ਼ਹੀਦਾਂ ਦੇ ਪਰਿਵਾਰ ਨੇ, ਉਦੋਂ ਬਾਅਦ ਫੇਰ ਭੁਲਾ ਦਿੱਤਾ ਜਾਂਦਾ, ਉੱਥੇ ਹੁੰਦਾ। ਅਸੀਂ ਕਿਸੇ ਵੀ ਕ੍ਰੈਸ਼ ਤੋਂ ਕੋਈ ਸਿੱਖਿਆ ਨਹੀਂ, ਨਾ ਹੀ ਉਸ ਦੀ ਰਿਪੋਰਟ ਤੋਂ ਬਾਅਦ ਕੋਈ ਜਿਹੜੀਆਂ ਰਿਕਮੈਂਡੇਸ਼ਨਾਂ ਨੇ ਉਹ ਪਬਲਿਕ ਹੁੰਦੀਆਂ ਨੇ, ਜਾਂ ਉਹਨਾਂ 'ਤੇ ਕੀ ਐਕਸ਼ਨ ਹੋਇਆ ਉਹ ਵੀ ਪਤਾ ਨਹੀਂ ਰਹਿੰਦਾ। ਹਰੇਕ ਜਹਾਜ਼ ਦੇ ਵਿੱਚ ਇੱਕ ਬਲੈਕ ਬਾਕਸ ਹੁੰਦਾ ਹੈ। ਹੁਣ ਇਹਨਾਂ 'ਚ ਵੀ ਇੱਕ ਟਰਾਂਸਪੌਂਡਰ ਨੇ ਜਿਹੜੇ ਸਿਗਨਲ ਐਮਿਟ ਕਰਦੇ ਨੇ, ਪਰ ਅਨਫੋਰਚੂਨੇਟਲੀ ਕੀ ਹੈ ਕਿ ਜਹਾਜ਼ ਇੰਨੇ ਪੁਰਾਣੇ ਨੇ, ਜਿਸ ਤਰ੍ਹਾਂ ਆਪਾਂ ਮੋਬਾਈਲ ਪੁਰਾਣੇ ਹੋ ਜਾਂਦੇ ਉਹ ਸਿਗਨਲ ਵੀ ਘੱਟ ਫੜਦਾ ਹੈ, ਬੈਟਰੀ ਲਾਈਫ ਵੀ ਉਹਦੀ ਘੱਟ ਹੋ ਜਾਂਦੀ ਹੈ, ਰੀਚਾਰਜ ਕਰਕੇ ਉਹਦੇ ਸਾਈਕਲ ਜਿਹੜੇ ਖਤਮ ਹੋ ਜਾਂਦੇ ਨੇ, ਤੇ ਇਸ ਕਰਕੇ ਉਹ ਕੁਝ ਟਾਈਮ ਬਾਅਦ ਉਹਨਾਂ ਦੀ ਜਿਹੜੀ ਸਿਗਨਲ ਐਮਿਟ ਕਰਨ ਦੀ ਜਿਹੜੀ ਹੈ ਕੈਪੈਸਿਟੀ ਹੈ ਉਹ ਖਤਮ ਹੋ ਜਾਂਦੀ ਹੈ, ਔਰ ਉਹ ਸਿਗਨਲ ਐਮਿਟ ਕਰਦਾ ਹੀ ਨਹੀਂ। ਦੂਸਰਾ ਜਿਹੜਾ ਹੁਣ ਜਿਸ ਤਰ੍ਹਾਂ AN32 ਦਾ ਕ੍ਰੈਸ਼ ਹੋਇਆ, 12,000 ਫੁੱਟ ਤੇ ਕ੍ਰੈਸ਼ ਹੋਇਆ, ਮਨਚੁਕਾ ਜਿਹੜੀ ਐਡਵਾਂਸ ਲੈਂਡਿੰਗ ਗਰਾਊਂਡ ਆ ਉੱਥੇ ਜਾ ਰਿਹਾ ਸੀ, ਜੋਰਾਹਟ ਤੋਂ ਜਾ ਰਿਹਾ ਸੀ, ਔਰ ਉੱਥੇ ਜਾ ਕੇ ਕ੍ਰੈਸ਼ ਹੋਇਆ ਬਿਲਕੁਲ ਹਿੱਲ ਦੇ ਨੇੜਿਓਂ। ਜੋ ਉੱਥੇ ਉਹਦੀਆਂ ਡੈਬਰੀਜ਼ ਮਿਲੀਆਂ ਨੇ, ਇਸਦਾ ਮਤਲਬ ਸੀ ਵੀ ਯਾਨੀ ਉਹ ਹਿੱਲ ਨੂੰ ਜੱਜ ਨਹੀਂ ਕਰ ਪਾਏ ਵੀ ਅਸੀਂ ਹਿੱਲ ਦੇ ਇੰਨਾ ਕਲੋਜ਼ ਹੈ। ਦੂਸਰਾ, ਜਦੋਂ ਵੈਲੀ 'ਚ ਚਲੇ ਜਾਂਦਾ ਹੈ ਤੇ ਰਡਾਰ ਤੋਂ ਵੀ ਉਹਨੂੰ ਮੁਸ਼ਕਿਲ ਹੁੰਦਾ ਟਰੇਸ ਕਰਨਾ, ਬੜੀ ਮੰਦਭਾਗੀ। ਔਰ ਸੋਚੋ ਕਿੰਨੀ ਇਹ ਤਕਲੀਫ ਦੇ ਹੋਵੇਗੀ ਵੀ ਇੱਕ ਪਾਇਲਟ ਜੋ ਜਹਾਜ਼ ਨੂੰ ਉਡਾ ਰਿਹਾ ਸੀ, ਉਸ ਦੀ ਪਤਨੀ ਆਪ ਉਸ ਵੇਲੇ ਰਡਾਰ ਤੇ ਡਿਊਟੀ ਤੇ ਸੀ, ਉਹ ਖੁਦ 에ਅਰਫੋਰਸ ਵਿੱਚ ਹੈ, ਕਿ ਜਦੋਂ ਉਸ ਨੇ ਡਿਊਟੀ ਦੇ ਦੌਰਾਨ ਦੇਖਿਆ ਹੋਗਾ ਕਿ ਜੋ ਪਲੇਨ ਉਸਦੇ ਹਸਬੈਂਡ ਉਡਾ ਰਹੇ ਨੇ ਉਹ ਸਡਨਲੀ ਰਡਾਰ ਤੋਂ ਗਾਇਬ ਹੋ ਜਾਂਦਾ ਹੈ, ਕੀ ਉਹਦਾ ਰਿਐਕਸ਼ਨ ਹੋਏਗਾ, ਕੀ ਉਸ ਦੇ ਦਿਲ ਤੇ ਬੀਤੀ ਹੋਏਗੀ। 8 ਦਿਨਾਂ ਤੋਂ ਅਸੀਂ ਉਮੀਦ ਇੱਕ ਲਾਈ ਬੈਠੇ ਸੀ, ਅੱਜ ਉਹ ਉਮੀਦ ਬਿਲਕੁਲ ਖਤਮ ਹੋ ਗਈ ਹੈ, ਔਰ ਜੋ ਪਰਿਵਾਰ ਨੇ ਇੱਕ ਬਹੁਤ ਵੱਡਾ ਸਦਮੇ 'ਚ ਹੋਣਗੇ। ਸਾਨੂੰ ਸੋਚਣਾ ਚਾਹੀਦਾ ਵੀ ਇਸ ਤਰ੍ਹਾਂ ਦੀ ਜੋ ਅੱਗੇ ਤੋਂ ਨਾ ਹੋਵੇ, ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ, ਤੇ ਸਪੈਸ਼ਲੀ ਇਨਵੈਸਟੀਗੇਟ ਕੀਤਾ ਜਾਵੇ। ਜੀ ਅਕਸਰ ਕਰਨਲ ਸਾਹਿਬ ਮੈਂ ਕਹਿੰਦਾ ਵੀ ਜਦੋਂ ਵੀ ਸ਼ਹੀਦਾਂ ਦੀ ਖਬਰ ਮੈਂ ਦੇਖਦਾ ਤਾਂ ਮੈਂ ਆਕਾਸ਼ ਇੱਕ ਲਾਈਨ ਬੜਾ ਸੋਚਦਾ, ਮੈਂ ਆਕਾਸ਼ ਆਪਣੀ ਪੋਇਟਰੀ 'ਚ ਲਿਖੀ ਸੀ ਕਿ ਸਭ ਤੋਂ ਦੁਖੀ ਵਕਤ ਮਾਂ ਪਿਓ ਲਈ, ਉਸ ਬਾਪ ਲਈ ਉਹ ਹੁੰਦਾ ਜਦੋਂ ਆਪਣੇ ਪੁੱਤ ਦੇ ਜਨਾਜ਼ੇ ਨੂੰ ਉਹ ਕੰਧਾ ਦਿੰਦਾ, ਤੇ ਅੱਜ ਵੀ ਕੁਝ ਉਹੋ ਜਿਹੇ ਹਾਲਾਤ ਬਣੇ ਨੇ। ਇੱਕ ਜੰਮੂ ਦੇ ਕਸ਼ਮੀਰ ਦੇ ਵਿੱਚ ਵੀ 5 ਕੱਲ ਜਿਹੜੇ ਸ਼ਹੀਦ ਹੋ ਗਏ। ਤੇ ਅੱਛਾ, ਇਹ ਕਾਰਨ ਕੀ ਨੇ ਮਿਸਿੰਗ ਹੋਣ ਦੇ? ਜਿਹੜਾ ਬਲੈਕ ਬਾਕਸ ਦੀ ਤੁਸੀਂ ਗੱਲ ਕਹੀ ਆ, ਉਹਦਾ ਕੀ ਕੁਝ ਜਹਾਜ਼ ਦੇ ਵਿੱਚ ਕੰਮ ਹੁੰਦਾ ਜਿਹੜਾ ਮੇਰੇ ਦਰਸ਼ਕਾਂ ਨੂੰ ਈਜ਼ੀਲੀ ਸਮਝ ਆ ਜਾਵੇ? ਦੇਖੋ, ਬਲੈਕ ਬਾਕਸ ਇੱਕ ਡਾਟਾ ਰਿਕਾਰਡਰ ਹੁੰਦਾ ਹੈ, ਉਹ ਔਰੰਜ ਕਲਰ ਦਾ ਇੱਕ ਬਾਕਸ ਹੁੰਦਾ, ਨਾ ਹੀ ਉਹਦਾ ਬਲੈਕ ਬਾਕਸ ਹੈ, ਔਰ ਜਹਾਜ਼ ਦੀ ਟੇਲ ਵਾਲੇ ਪਿੱਛੇ ਉਹ ਉੱਥੇ ਹੁੰਦਾ। ਉਹਦੇ 'ਚ ਜਿੰਨੀ ਯਾਨੀ ਫਲਾਈਟ ਦਾ ਡਾਟਾ ਹੈ, ਕਿੰਨੀ ਹਾਈਟ ਸੀ ਤੇ ਕਿੰਨੀ ਸਪੀਡ ਸੀ, ਉਹ ਸਾਰਾ ਕੰਟੀਨਿਊਸਲੀ ਰਿਕਾਰਡ ਹੁੰਦਾ ਹੈ। ਦੂਸਰਾ, ਕੀ ਕਨਵਰਸੇਸ਼ਨ ਸੀ, ਪਾਇਲਟ ਨੇ ਆਪਸ 'ਚ ਕੀ ਕੋ ਪਾਇਲਟ ਨਾਲ ਗੱਲ ਕੀਤੀ, ATC ਨਾਲ ਕੀ ਗੱਲ ਹੋਈ, ਜੋ ਵੀ ਉਹਨੂੰ ਡਾਇਰੈਕਸ਼ਨਾਂ ਨੇ ਸਾਰਾ ਉਹਦਾ ਰਿਕਾਰਡ ਉਹਦੇ ਵਿੱਚ ਹੁੰਦਾ ਹੈ। ਔਰ ਇਹਨੂੰ ਇੰਨਾ ਸਖਤ ਬਣਾਇਆ ਜਾਂਦਾ ਹੈ ਕਿ ਵੀ ਇਹ ਫਾਇਰ ਨਾਲ ਵੀ ਡਿਸਟਰੋਏ ਨਹੀਂ ਹੁੰਦਾ, ਸਮੁੰਦਰ 'ਚ ਵੀ ਇਹ ਡਿਸਟਰੋਏ ਨਹੀਂ ਹੁੰਦਾ, ਔਰ ਤਕਰੀਬਨ 30-35 ਦਿਨ ਇਹਦੇ 'ਚੋਂ ਡਾਟਾ ਐਮਿਟ ਕਰਦਾ ਰਹਿੰਦਾ। ਉਹ ਸਿਗਨਲ ਦਿੰਦਾ ਹੈ ਮੋਬਾਈਲ ਦੀ ਤਰ੍ਹਾਂ, ਟਾਵਰ ਦੀ ਤਰ੍ਹਾਂ, ਕਿ ਉਸ ਸਿਗਨਲ ਨੂੰ ਤੁਸੀਂ ਫੜ ਕੇ ਉਹਦੀ ਲੋਕੇਸ਼ਨ ਲੱਭ ਸਕਦੇ ਹੋ। ਔਰ ਇਸ ਨੂੰ ਸਪੈਸ਼ਲੀ ਜਦੋਂ ਖੋਲ੍ਹਿਆ ਜਾਂਦਾ ਹੈ ਜਾ ਕੇ ਕੰਡੀਸ਼ਨ 'ਚ, ਸਪੈਸ਼ਲ ਲੈਬ 'ਚ ਜਾ ਕੇ ਖੋਲ੍ਹਿਆ ਜਾਂਦਾ ਤੇ ਉਸ ਤੋਂ ਸਾਰਾ ਡਾਟਾ ਕੱਢਿਆ ਜਾਂਦਾ ਹੈ। ਔਰ ਇੱਕ ਵੱਡਾ ਸਬੂਤ ਹੁੰਦਾ ਜੋ ਆਉਣ ਵਾਲੇ ਇਨਸੀਡੈਂਟਸ ਨੂੰ ਰੋਕਣ ਬਾਰੇ ਵੀ ਕੀ ਗਲਤੀਆਂ ਹੋਈਆਂ, ਕੀ ਇਹ ਪਾਇਲਟ ਐਰਰ ਸੀ, ਟਰੇਨ ਐਰਰ ਸੀ, ਜਾਂ ਕੋਈ ਟੈਕਨੀਕਲ ਫੇਲੀਅਰ ਸੀ, ਕਿਉਂਕਿ ਉਹਦੇ 'ਚ ਸਾਰੀਆਂ ਚੀਜ਼ਾਂ ਰਿਕਾਰਡ ਹੋ ਜਾਂਦੀਆਂ।
ਅੱਛਾ, ਜਿਹੜਾ AN-32 ਹੈ ਕਰਨਲ ਸਾਹਿਬ, ਇਹ 1986 ਦੇ ਵਿੱਚ ਜਿੰਨਾ ਕਿ ਮੈਂ ਡਾਟਾ ਸਟੱਡੀ ਕਰਿਆ ਉਹਦੇ ਮੁਤਾਬਿਕ 86 'ਚ ਸ਼ਾਮਿਲ ਕੀਤਾ ਗਿਆ। ਤਾਂ ਹੋਰ ਕਿਹੜੇ ਜਹਾਜ਼ ਸੀ ਜਿਹੜੇ ਇੰਨੇ ਪੁਰਾਣੇ ਨੇ ਜਾਂ ਜਿਹੜੀ ਇੰਡੀਅਨ 에ਅਰ ਫੋਰਸ ਅਜੇ ਵੀ ਯੂਜ਼ ਕਰ ਰਹੀ ਹੈ? ਦੇਖੋ ਜੀ, ਜਹਾਜ਼ ਸਾਰੇ ਪੁਰਾਣੇ ਨੇ। ਇੱਕ ਐਵਰੋ ਜਹਾਜ਼ ਹੈ, ਉਹ ਵੀ ਤਕਰੀਬਨ 40 ਜਾਂ 45 ਹੋ ਸਕਦਾ ਹੈ, ਹਜੇ ਵੀ 에ਅਰ ਫੋਰਸ ਕੋਲੇ ਹੋਣ। ਉਹ ਵੀ ਬਿਲਕੁਲ ਆਊਟਡੇਟਡ ਹੈ, ਵਰਲਡ 'ਚ ਕਿਤੇ ਵੀ ਉਹ ਫਲਾਈ ਨਹੀਂ ਕਰ ਰਿਹਾ। AN-32 5 ਜਾਂ 7 ਵਰਲਡ ਦੀਆਂ ਬੜੀਆਂ ਲੋ ਲੈਵਲ ਦੀਆਂ 에ਅਰਲਾਈਨਸ ਨੇ ਜਾਂ 에ਅਰ ਫੋਰਸ ਨੇ, ਉਹਨਾਂ ਕੋਲੇ ਨੇ। ਬਲਕ ਸਾਡੇ ਕੋਲੇ ਹੈ। ਬਾਕੀ ਜਹਾਜ਼ ਹੁਣ ਰਸ਼ੀਆ ਆਪ ਨਹੀਂ ਯੂਜ਼ ਕਰ ਰਿਹਾ, ਯੂਕਰੇਨ ਨਹੀਂ ਯੂਜ਼ ਕਰ ਰਿਹਾ, ਉਹ ਮਿਊਜ਼ੀਅਮਾਂ 'ਚ ਚਲੇ ਗਏ ਨੇ। ਜੈਗੁਆਰ ਵੀ ਆਊਟਡੇਟਡ ਹੈ। ਸਾਡੇ ਮਿਗਜ਼ ਹਰ ਮਹੀਨੇ ਕੋਈ ਨਾ ਕੋਈ ਕ੍ਰੈਸ਼ ਹੁੰਦਾ ਹੈ। ਕਦੇ ਯਾਨੀ ਰੱਬ ਦੀ ਮਿਹਰ ਹੋਵੇ ਤੇ ਪਾਇਲਟ ਬਚ ਜਾਂਦਾ, ਤੇ ਕਈ ਵਾਰੀ ਪਾਇਲਟ ਦੀ ਜਾਨ ਵੀ ਚਲੀ ਜਾਂਦੀ ਹੈ। ਸਭ ਤੋਂ ਵੱਡਾ ਐਵਰੋ ਦਾ ਕ੍ਰੈਸ਼ ਹੋਇਆ ਸੀ 1991 ਵਿੱਚ ਹੋਇਆ ਸੀ ਬੈਂਗਲੋਰ 에ਅਰਪੋਰਟ ਤੋਂ, ਜਦੋਂ ਟ੍ਰੇਨਿੰਗ ਅਫਸਰ ਸੀ। ਨਵਾਂ ਬੈਚ ਕਮਿਸ਼ਨ ਹੋਇਆ ਸੀ, ਹਜੇ ਉਹਨਾਂ ਦੀ 25 ਕੁ ਦਿਨ ਸਰਵਿਸ ਸੀ, ਤੇ 25+3 ਕਰੂ ਮੈਂਬਰ ਨੂੰ ਲੈ ਕੇ ਉੜਿਆ ਤੇ 2 ਮਿੰਟਾਂ 'ਚ ਹੀ ਕ੍ਰੈਸ਼ ਹੋ ਗਿਆ। ਸਭ ਤੋਂ ਵੱਡਾ ਕ੍ਰੈਸ਼ ਸੀ ਵੀ ਉਹ 25 ਨੌਜਵਾਨ ਜਿਹੜੇ ਨਵੇਂ ਕਮਿਸ਼ਨ ਹੋਏ ਸੀ ਹਜੇ 에ਅਰਫੋਰਸ ਦੇ ਵਿੱਚ, ਉਹਨਾਂ ਨੇ ਇਸ ਹਾਦਸੇ 'ਚ ਜਾਨ ਗਵਾਈ। ਬੜਾ ਦਰਦਨਾਕ ਸੀ। ਉਸ ਤੋਂ ਬਾਅਦ ਵੀ ਹਾਦਸਿਆਂ ਦੀ ਕੜੀ ਹੈ ਜਿਹੜੀ ਲਗਾਤਾਰ ਜਾਰੀ ਹੈ। ਹੁਣ ਵੀ ਜੋ ਆਪਾਂ ਦੇਖਿਆ, ਜਦੋਂ ਸਰਜੀਕਲ ਸਟ੍ਰਾਈਕ ਤੋਂ ਬਾਅਦ ਵੀ ਸਾਡਾ ਜਹਾਜ਼ ਜੋ ਹੈ ਮਿਗ ਉਧਰ ਜਾ ਕੇ ਹਿੱਟ ਹੋ ਗਿਆ, ਕਿਉਂਕਿ ਉਹ ਈਜ਼ੀ ਟਾਰਗੇਟ ਹੈ ਮਿਜ਼ਾਈਲ ਵਾਸਤੇ। ਅੱਜ ਕੱਲ੍ਹ ਦੀਆਂ ਲੇਟੈਸਟ ਮਿਜ਼ਾਈਲਾਂ ਵਾਸਤੇ ਸਾਡੇ ਮਿਗ ਦੁਸ਼ਮਣ ਦੀ ਟੈਰੀਟਰੀ 'ਚ ਜਾ ਕੇ ਫਾਈਟ ਕਰਨ ਦੀ ਸਮਰੱਥਾ ਨਹੀਂ ਰੱਖਦੇ। ਇਕਵਿਪਮੈਂਟ ਸਾਰਾ ਹੀ ਈਵਨ ਨੇਵੀ ਦਾ ਇਹ ਹੈ, ਅੱਜ ਡਿਫੈਂਸ ਫੋਰਸ ਦਾ ਇਕਵਿਪਮੈਂਟ ਤਕਰੀਬਨ 70% ਵਾਈਸ ਚੀਫ ਵੀ ਕਹਿ ਚੁੱਕੇ ਨੇ ਕਿ ਆਬਸੋਲੇਟ ਕੈਟੇਗਰੀ 'ਚ ਹੈ। ਸਾਨੂੰ ਪੋਲੀਟਿਕਸ ਤੋਂ ਉੱਪਰ ਉੱਠ ਕੇ, ਜਿਸ ਤਰ੍ਹਾਂ ਬੋਫਰਸ 'ਤੇ ਆਪਾਂ ਕਹ ਰਹੇ ਬਹੁਤ ਪੋਲੀਟਿਕਸ ਹੋਈ, ਪਰ ਇੱਕ ਬੋਫਰਸ ਉਹ ਗਨ ਸੀ ਜਿਸ ਨੇ ਕਾਰਗਿਲ 'ਚ ਸਾਨੂੰ ਜਿੱਤ ਦਵਾਈ। ਇਸੇ ਤਰ੍ਹਾਂ ਰੈਫਲ ਹੈ। ਜਹਾਜ਼ 'ਚ ਕੋਈ ਨਹੀਂ ਪ੍ਰੋਬਲਮ ਨਹੀਂ ਹੈ, ਲੇਟੈਸਟ ਟੈਕਨੋਲੋਜੀ ਹੈ, ਪਰ ਜੋ ਬਾਕੀ ਪ੍ਰਾਈਸ ਵਗੈਰਾ ਦੀਆਂ ਗੱਲਾਂ ਨੇ ਉਹ ਪੋਲੀਟੀਕਲ ਨੇ, ਉਹ ਕਰਦੇ ਰਹਿਣ, ਪਰ ਪ੍ਰੋਕਿਉਰਮੈਂਟ ਨੂੰ ਜਲਦੀ ਤੋਂ ਜਲਦੀ ਕਰੋ, ਕਿਉਂਕਿ ਜਿੰਨਾ ਅਸੀਂ ਲੇਟ ਕਰਦੇ ਹਾਂ, 2 ਚੀਜ਼ਾਂ ਹੁੰਦੀਆਂ ਨੇ। ਇੱਕ ਤਾਂ ਸਾਡੀ ਕੈਪੇਬਿਲਿਟੀ ਘਟਦੀ ਹੈ, ਆਬਸੋਲੂਟ ਟੈਕਨੋਲੋਜੀ ਹੈ ਸਾਡੇ ਕੋਲੇ। ਦੂਸਰਾ, ਕਾਸਟ ਦਿਨੋਂ ਦਿਨ ਵੱਧਦੀ ਰਹਿੰਦੀ ਹੈ ਇਸ ਟੈਕਨੋਲੋਜੀ ਦੀ। ਇਸ ਕਰਕੇ ਬੜੀ ਜ਼ਰੂਰੀ ਗੱਲ ਹੁੰਦੀ ਹੈ ਵੀ ਟਾਈਮ ਸਿਰ ਜਿਹੜੀਆਂ ਡਿਫੈਂਸ ਦੀਆਂ ਪ੍ਰੋਕਿਉਰਮੈਂਟਾਂ ਕੀਤੀਆਂ ਜਾਣ। ਕਰਨਲ ਸਾਹਿਬ, ਇਹੋ ਜਿਹੇ ਕ੍ਰੈਸ਼ ਨਾ ਹੋਣ, ਇਹਦੇ ਲਈ ਤੁਹਾਡਾ ਕੀ ਸੁਝਾਅ ਹੈ? ਦੇਖੋ, ਇਹ ਕ੍ਰੈਸ਼ ਬੜੀ ਮੰਦਭਾਗੀ ਗੱਲ ਹੈ। ਬਹੁਤ ਦੁੱਖ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ, ਤੁਸੀਂ ਸ਼ਹੀਦਾਂ ਬਾਰੇ ਕੁਝ ਕਿਹਾ, ਤੇ ਮੈਂ ਇਹ ਕਹਿਣਾ ਵੀ ਜਦੋਂ ਮੈਨ ਇਨ ਯੂਨੀਫਾਰਮ ਹੁੰਦੇ ਹੋ, ਤੁਸੀਂ ਕਮਾਂਡ ਕਰਦੇ ਹੋ ਆਪਦੀ ਯੂਨਿਟ, ਚਾਹੇ ਉਹ 에ਅਰਫੋਰਸ ਦਾ ਸਕਾਡਰਨ ਹੋਵੇ, ਚਾਹੇ ਆਰਮੀ ਦੀ ਯੂਨਿਟ ਹੋਵੇ, ਸਭ ਤੋਂ ਦੁਖਦਾਈ ਔਰ ਸਭ ਤੋਂ ਜਾਨੀ ਦਿਲ 'ਤੇ ਪੱਥਰ ਰੱਖ ਕੇ ਗੱਲ ਦੱਸਣ ਵਾਲੀ ਹੁੰਦੀ ਹੈ ਜਦੋਂ ਕਿਸੇ ਜਵਾਨ ਦੇ ਘਰ ਜਾਂ ਤੁਸੀਂ ਕਿਸੇ ਦੇ ਘਰ ਇਹ ਸੰਦੇਸ਼ਾ ਦੇਣਾ ਹੁੰਦਾ ਕਿ ਤੁਹਾਡਾ ਮੁੰਡਾ ਇੱਥੇ ਜੋ ਕੰਮ ਕਰਦਾ ਸੀ, ਹੀ ਇਜ਼ ਨੋ ਮੋਰ, ਉਹ ਸ਼ਹੀਦ ਹੋ ਗਿਆ। ਇਹ ਬੜੀ ਇੱਕ ਬਹੁਤ ਮਨ 'ਤੇ ਬੋਝ ਵਾਲੀ ਗੱਲ ਹੁੰਦੀ ਹੈ, ਤੇ ਇਹ ਨਿਊਜ਼ ਬ੍ਰੇਕ ਕਰਨੀ ਬੜਾ ਵੱਡਾ ਟਾਸਕ ਹੁੰਦਾ ਹੈ। ਤੇ ਹਮੇਸ਼ਾ ਹੀ ਦੁੱਖ ਰਹਿੰਦਾ ਵੀ ਸਾਡੀ ਯੂਨਿਟ 'ਚੋਂ ਹਮੇਸ਼ਾ ਆਪਰੇਸ਼ਨ 'ਚ ਇਹ ਕਾਮਨਾ ਕਰਦੇ ਹਾਂ ਵੀ ਕਦੇ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ। ਪਰ ਆਪਰੇਸ਼ਨਸ ਹੈ, ਆਰਮੀ ਹੈ, ਯੂਨੀਫਾਰਮ ਹੈ, ਤੇ ਐਕਸੀਡੈਂਟ ਤਾਂ ਹੋਣਗੇ, ਪਰ ਹਰ ਐਕਸੀਡੈਂਟ ਤੋਂ ਇੱਕ ਸਬਕ ਲੈਣਾ ਚਾਹੀਦਾ, ਇੱਕ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ, ਔਰ ਇੱਕ ਟਾਈਮ ਬਾਉਂਡ ਤਰੀਕੇ ਨਾਲ ਉਹਨਾਂ ਦੀ ਜੋ ਇੰਪਲੀਮੈਂਟੇਸ਼ਨ ਹੈ। ਸਾਡੇ ਦੇਸ਼ 'ਚ ਕੀ ਹੁੰਦਾ ਵੀ ਇਨਕੁਆਇਰੀਆਂ ਤਾਂ ਫਟਾਫਟ ਆਰਡਰ ਹੋ ਜਾਂਦੀਆਂ ਨੇ, ਪਰ ਉਹਨਾਂ ਨੂੰ ਯਾਨੀ ਹੁਣ ਇੱਕ ਸਾਡਾ Mi-17 ਸ਼੍ਰੀਨਗਰ 'ਚ ਕ੍ਰੈਸ਼ ਹੋਇਆ ਸੀ ਜਦੋਂ ਇਹ ਸਰਜੀਕਲ ਸਟ੍ਰਾਈਕ ਹੋਈ ਸੀ। ਉਹ 2-2.5 ਮਹੀਨੇ 'ਚੋਂ ਫਰਵਰੀ ਦੀ ਗੱਲ ਹੈ, ਹਜੇ ਤੱਕ ਉਹਦੀ ਯਾਨੀ ਇਨਕੁਆਇਰੀ ਚੱਲ ਰਹੀ ਹੈ ਵੀ ਅਸੀਂ ਉਹਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ ਜਾਂ ਕੀ ਉਹਦੇ 'ਚ ਗਲਤੀ ਹੋਈ ਹੈ। ਇਸ ਕਰਕੇ ਜਦੋਂ ਲੰਬਾ ਪੈ ਜਾਂਦਾ ਸਮਾਂ, ਹੌਲੀ ਹੌਲੀ ਜਿਹੜਾ ਉਹ ਮਸਲਾ ਹੈ ਇੱਕ ਫਾਈਲਾਂ 'ਚ ਦੱਬਿਆ ਜਾਂਦਾ ਹੈ, ਔਰ ਜਦੋਂ ਤੱਕ ਉਹ MOD 'ਚ ਪਹੁੰਚਦੀ ਹੈ ਚੀਜ਼, ਉਹ ਇੱਕ ਫਾਈਲ ਬਣ ਕੇ ਰਹਿ ਜਾਂਦੀ ਹੈ, ਔਰ ਅਸੀਂ ਅਗਲੇ ਹਾਦਸੇ ਦੀ ਇੰਤਜ਼ਾਰ ਕਰਨ ਲੱਗ ਜਾਂਦੇ ਹਾਂ। ਚਲੋ, ਅਸੀਂ ਵੀ ਦਰਖਾਸਤ ਹੀ ਕਰ ਸਕਦੇ ਹਾਂ ਕਿ ਫਾਈਲਾਂ ਦੇ ਵਿੱਚ ਮਸਲੇ ਨਾ ਉਲਝਣ, ਜੋ ਵੀ ਫੌਜ ਦੇ ਕੰਮ ਨੇ ਉਹ ਛੇਤੀ ਨਿਬੜਨ, ਕਿਉਂਕਿ ਫੌਜ ਨੂੰ ਹਰ ਇੱਕ ਵਧੀਆ ਹਥਿਆਰ ਤੇ ਵਧੀਆ ਜਹਾਜ਼ ਚਾਹੀਦਾ ਹੁੰਦਾ। ਤੇ ਕਰਨਲ ਸਾਹਿਬ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਸਵਾਲਾਂ ਦੇ ਜਵਾਬ ਦੇਣ ਲਈ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਮੈਂ ਸ਼ੁਕਰੀਆ ਅਦਾ ਕਰੂੰਗਾ ਤੁਹਾਡੇ ਚੈਨਲ ਦਾ, ਜੋ ਤੁਸੀਂ ਇਸ ਤਰ੍ਹਾਂ ਦੇ ਮੁੱਦੇ ਲੋਕਾਂ ਤੱਕ ਪਹੁੰਚਾਉਂਦੇ ਹੋ ਵੀ ਇਹ ਪ੍ਰੋਬਲਮ ਸਾਡੇ ਆਪਣੇ ਡਿਫੈਂਸ ਫੋਰਸਿਸ ਦੀਆਂ ਨੇ, ਸਰਕਾਰਾਂ ਨੂੰ ਇਹ 'ਤੇ ਧਿਆਨ ਖਿੱਚਣ ਦੀ ਤੁਸੀਂ ਇਹ ਉਪਰਾਲਾ ਕਰਦੇ ਹੋ। ਤੁਹਾਡਾ ਬਹੁਤ ਧੰਨਵਾਦ।